ਹਾਈ एवरीवन। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਵਿੱਚ ਤਿੰਨ ਗੱਲਾਂ ਦੀ। ਪਹਿਲਾ ਗੱਲ ਕਰਦੇ ਹਾਂ ਪੀਐਸ ਟੈਟ 2021 ਕਦੋਂ ਹੋਣਾ ਹੈ, ਹੋਣ ਦੇ ਚਾਂਸ ਹਨ ਕਿ ਨਹੀਂ। ਫਿਰ ਆਪਾਂ ਗੱਲ ਕਰਦੇ ਹਾਂ ਹਿਮਾਚਲ ਟੈਟ ਜੋ ਅੱਜ ਹੀ ਆਇਆ ਹੈ, ਅੱਜ ਹੀ ਨੋਟੀਫਿਕੇਸ਼ਨ ਆਇਆ, ਆਨਲਾਈਨ ਫਾਰਮ ਸਟਾਰਟ ਹੋ ਗਏ ਹਨ। ਤੇ ਫਿਰ ਇਹਦੇ ਵਿੱਚ ਗੱਲ ਕਰਦੇ ਹਾਂ ਕਿ ਮੈਂ ਕਿਉਂ ਹਿਮਾਚਲ ਟੈਟ ਭਰ ਰਿਹਾ, ਕੀ ਤੁਹਾਨੂੰ ਭਰਨਾ ਚਾਹੀਦਾ ਜਾਂ ਨਹੀਂ, ਉਸ ਬਾਰੇ ਪੂਰੀ ਗੱਲ ਕਰਦੇ ਹਾਂ। ਤਾਂ ਇਹ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਪੀਐਸ ਟੈਟ ਸੰਬੰਧੀ ਤੁਹਾਨੂੰ ਇਸ ਚੈਨਲ 'ਤੇ ਕਲਾਸਿਸ ਮਿਲ ਜਾਣਗੀਆਂ ਔਰ ਨੋਟੀਫਿਕੇਸ਼ਨ ਜਦੋਂ ਆਵੇਗਾ ਉਸ ਤੋਂ ਬਾਅਦ ਰੈਗੂਲਰ ਕਲਾਸਿਸ ਮਿਲ ਜਾਣਗੀਆਂ। ਅਜੇ ਤੱਕ ਮੈਥ ਦੀਆਂ 3 ਕਲਾਸਿਸ ਹੋਈਆਂ ਹਨ ਜੀ। ਹਾਂਜੀ, ਤਾਂ ਇਹ ਦੇਖੋਗੇ ਤੁਸੀਂ ਹਿਮਾਚਲ ਦਾ ਜੋ ਟੈਟ ਆ ਗਿਆ ਹੈ ਜੂਨ 2021 ਲਈ, ਟੀਚਰ ਐਲੀਜੀਬਿਲਟੀ ਟੈਸਟ। ਤਾਂ ਮੈਂ ਤਾਂ ਇਹ ਫਾਰਮ ਫਿਲ ਕਰ ਰਿਹਾ ਹਾਂ, ਤੁਸੀਂ ਫਿਲ ਕਰਨਾ ਹੈ ਤਾਂ ਦੇਖ ਲਿਓ। ਤਾਂ ਇਹਦੇ ਬਾਰੇ ਸਾਰੇ ਨੋਟੀਫਿਕੇਸ਼ਨ ਬਾਰੇ ਡਿਸਕਸ ਕਰ ਰਹੇ ਹਾਂ। ਤੁਹਾਨੂੰ ਦੱਸ ਹੀ ਦਿੱਤਾ, ਪਹਿਲਾਂ ਵੀ ਚੈਨਲ 'ਤੇ ਦੱਸਿਆ ਕਿ ਮੈਂ ਪੀਐਸ ਟੈਟ ਔਰ ਸੀ ਟੈਟ ਕਲੀਅਰ ਕੀਤਾ ਹੋਇਆ ਹੈ। ਔਰ ਇੱਕ ਮੇਰੇ 'ਚ ਹੁਣ ਇੱਕ ਸੁਪਨਾ ਜਿਹਾ ਜਾਗ ਗਿਆ ਕਿ ਦੇਸ਼ ਵਿੱਚ ਜਿੰਨੇ ਵੀ ਟੈਟ ਹੁੰਦੇ ਹਨ ਉਹ ਕਲੀਅਰ ਕਰਨ ਦਾ ਸੁਪਨਾ ਇਹ ਜਾਗ ਗਿਆ। ਕਈ ਥਾਵਾਂ 'ਤੇ ਮੈਂ ਦੇਖਿਆ ਜਿਹਦੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਕਈ ਥਾਵਾਂ 'ਤੇ ਤਾਂ ਆਪਾਂ ਟੈਟ ਭਰ ਹੀ ਨਹੀਂ ਸਕਦੇ, ਜਿਵੇਂ ਤ੍ਰਿਪੁਰਾ ਹੈ ਜਾਂ ਸਿੱਕਿਮ ਹੈ, ਤਾਂ ਉੱਥੋਂ ਦੇ ਰੈਜ਼ੀਡੈਂਟ ਹੀ ਉੱਥੋਂ ਦਾ ਟੈਟ ਭਰ ਸਕਦੇ ਹਨ। ਕਈ ਤਰ੍ਹਾਂ ਦੀਆਂ ਇਨਫੋਰਮੇਸ਼ਨਾਂ ਮਿਲਦੀਆਂ ਹਨ। ਹਿਮਾਚਲ ਟੈਟ ਦਾ ਮੈਂ ਪਿਛਲੀ ਵਾਰ ਵੀ ਵੇਟ ਕਰ ਰਿਹਾ ਸੀ। ਤਾਂ ਪਿਛਲੀ ਵਾਰ ਜਦੋਂ ਹਿਮਾਚਲ ਟੈਟ ਦੀ ਡੇਟ ਸੀ ਉਹ ਸੀ 28 ਨਵੰਬਰ। ਤਾਂ 28 ਨਵੰਬਰ ਨੂੰ ਤੁਸੀਂ ਯਾਦ ਕਰੋਗੇ ਤਾਂ 28 ਨਵੰਬਰ ਨੂੰ ਹੀ ਈਟੀਟੀ ਸੈਕਿੰਡ ਪੇਪਰ ਸੀ, ਜਿਸ ਕਰਕੇ ਮੈਂ ਹਿਮਾਚਲ ਟੈਟ ਨਹੀਂ ਦੇ ਪਾਇਆ। ਤਾਂ ਇਸ ਵਾਰ ਜ਼ਰੂਰ ਹਿਮਾਚਲ ਜਾਣਾ ਹੈ, ਹਿਮਾਚਲ ਘੁੰਮ ਕੇ ਵੀ ਆਉਣਾ ਹੈ। ਵੈਸੇ ਤਾਂ ਪਹਿਲਾਂ ਗਿਆ ਹੋਇਆ, ਪਰ ਕਈ ਥਾਵਾਂ ਹਨ ਸੈਂਟਰ, ਉੱਥੇ ਭਰਾਂਗੇ ਇਸ ਵਾਰ ਜਿਹੜੀਆਂ ਥਾਵਾਂ ਨਹੀਂ ਘੁੰਮੀਆਂ ਹੋਈਆਂ। ਤਾਂ ਗੱਲ ਕਰਦੇ ਹਾਂ ਡੇਟ ਦੀ। ਤਾਂ 24 ਤਰੀਕ ਜੋ ਹੈ ਜੀ, 24 ਮਈ, ਅੱਜ ਤੋਂ ਹੀ ਫਾਰਮ ਆਨਲਾਈਨ ਸਟਾਰਟ ਹੋ ਗਏ ਹਨ। ਔਰ ਲਾਸਟ ਡੇਟ ਜੋ ਹੈ 13 ਜੂਨ ਹੈ, 13 ਜੂਨ ਹੈ। ਔਰ ਇੱਕ ਇਨਫੋਰਮੇਸ਼ਨ ਇਹ ਹੈ ਕਿ ਜਿਨ੍ਹਾਂ ਦੀ ਪੀਐਸ ਟੈਟ ਜਾਂ ਸੀ ਟੈਟ ਕੋਈ ਵੀ ਟੈਟ ਕਲੀਅਰ ਨਹੀਂ ਹੈ, ਤਾਂ ਉਹ ਇਹ ਕਰ ਸਕਦੇ ਹਨ ਕਿ ਹਿਮਾਚਲ ਟੈਟ ਦੇ ਕੇ ਕਈ ਸਾਰਾ ਸਿਲੇਬਸ ਜੋ ਹੈ, ਕਾਫੀ ਸਿਲੇਬਸ ਜੋ ਹੈ ਮੇਲ ਖਾਂਦਾ ਹੁੰਦਾ ਹੈ ਟੈਟ ਦਾ ਆਪਸ ਵਿੱਚ। ਤਾਂ ਉਹ ਇਨਫੋਰਮੇਸ਼ਨ ਲੈ ਸਕਦੇ ਕਿਸ ਤਰ੍ਹਾਂ ਦਾ ਪੇਪਰ ਆਉਂਦਾ ਹੈ, ਉਹਨਾਂ ਨੂੰ ਪਤਾ ਲੱਗ ਜਾਵੇਗਾ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ। ਇਸ ਪੇਪਰ ਵਿੱਚ ਅਗਰ ਤੁਸੀਂ 70-80 ਨੰਬਰ ਵੀ ਲੈ ਲੈਂਦੇ ਹੋ ਤਾਂ ਤੁਹਾਡਾ ਪੀ ਟੈਟ ਬਿਲਕੁਲ ਕਲੀਅਰ ਹੋ ਜਾਵੇਗਾ। ਤੁਹਾਨੂੰ ਦੱਸਦਾ ਹਾਂ ਕਿਵੇਂ, ਅੱਗੇ ਸਾਰੀ ਤੁਸੀਂ ਦੇਖੋ ਵੀਡੀਓ। ਤਾਂ ਇਹਦੇ 'ਚ ਤੁਸੀਂ ਦੇਖੋਗੇ ਇਹਦੇ ਬਾਰੇ ਇਹਨਾਂ ਨੇ ਸਾਰੇ ਐਗਜ਼ਾਮੀਨੇਸ਼ਨ ਸੈਂਟਰ ਔਰ ਸਾਰਾ ਕੁਝ ਦੱਸਿਆ ਹੋਇਆ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ। ਹਾਂਜੀ, ਇਹ ਤਰੀਕਾਂ ਦੀ ਆਪਾਂ ਗੱਲ ਕਰ ਹੀ ਲਈ ਸੀ। 24 ਮਈ ਇਸ ਤੋਂ ਹੀ ਸ਼ੁਰੂ ਹੈ, 13/6 ਲਾਸਟ ਡੇਟ ਹੈ। 14 ਜੂਨ ਜੋ ਇਸ ਦੀ ਲਾਸਟ ਡੇਟ ਹੈ ਅਗਰ ਤੁਸੀਂ ਲੇਟ ਫੀਸ ਨਾਲ ਭਰਦੇ, 14 ਤੋਂ 18 ਤੱਕ ਹੈ। ਔਰ 300 ਰੁਪਈਆ ਹੋਰ ਫੀਸ ਐਕਸਟਰਾ ਲੱਗ ਜਾਵੇਗੀ ਲੇਟ ਫੀਸ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਰੈਕਸ਼ਨ ਲਈ ਜਦੋਂ ਫਿਰ ਇੱਕ ਵਾਰੀ ਓਪਨ ਹੁੰਦਾ ਪੋਰਟਲ, ਤਾਂ ਉਹ 19 ਜੂਨ ਨੂੰ ਹੋਵੇਗਾ, 21 ਜੂਨ ਤੱਕ 2 ਦਿਨ ਲਈ। ਔਰ ਜੋ ਐਡਮਿਟ ਕਾਰਡ ਆ ਉਹ 4 ਦਿਨ ਪਹਿਲਾਂ ਦੱਸ ਦਿੱਤੇ ਜਾਣਗੇ ਐਗਜ਼ਾਮ ਤੋਂ। ਤਾਂ ਐਗਜ਼ਾਮ ਦੀ ਡੇਟ ਇਹਨਾਂ ਨੇ ਪਹਿਲਾਂ ਹੀ ਦੱਸ ਰੱਖੀ ਹੈ, ਇਸ ਵਿੱਚ ਚੇਂਜਸ ਵੀ ਹੋ ਸਕਦੇ ਹਨ ਕੋਵਿਡ ਕਰਕੇ। ਤਾਂ ਜੇਬੀਟੀ ਟੈਟ ਜੋ ਕਿ ਈਟੀਟੀ ਵਾਲਿਆਂ ਲਈ ਹੈ, ਈਟੀਟੀ ਵਾਲਾ ਪੇਪਰ 1 ਜੋ ਹੈ ਉਹ ਈਟੀਟੀ ਵਾਲੇ ਭਰ ਸਕਦੇ ਹਨ। ਔਰ ਅੱਗੇ ਸਾਰੀ ਕੁਆਲੀਫਿਕੇਸ਼ਨ ਦੀ ਵੀ ਗੱਲ ਕਰਦੇ ਹਾਂ। ਤਾਂ ਇਹ ਦੇਖੋਗੇ ਤੁਸੀਂ ਜੇਬੀਟੀ ਈਟੀਟੀ ਵਾਲਿਆਂ ਲਈ ਜੋ ਹੋਣਾ 4 ਜੁਲਾਈ ਨੂੰ। ਤੇ ਐਨ ਦੀ ਟਾਈਮਿੰਗ ਜੋ ਹੈ 10 ਤੋਂ 12:30 ਔਰ 2.5 ਘੰਟੇ, 2.5 ਘੰਟੇ ਸਾਰਿਆਂ ਨੂੰ ਮਿਲਣਗੇ। ਸਾਰੇ ਜੋ ਵੀ ਪੀ ਟੈਟ ਹੁੰਦਾ, ਸੀ ਟੈਟ ਹੁੰਦਾ, ਤਾਂ ਆਲਮੋਸਟ 2.5 ਘੰਟੇ ਦੇ ਹੀ ਹੁੰਦੇ ਹਨ ਉਹ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸ਼ਾਸਤਰੀ ਟੈਟ। ਇਹ ਸਬਜੈਕਟ ਦਾ ਇੱਕ ਟੀਜੀਟੀ ਹੈ ਜੋ ਇਹ ਵੀ ਉਹ ਸ਼ਾਸਤਰੀ ਵਾਲਾ 4 ਤਰੀਕ ਨੂੰ ਹੈ, ਟੀਜੀਟੀ 10 ਤਰੀਕ ਨੂੰ ਹੈ। ਨੋਨ ਮੈਡੀਕਲ ਲੈਂਗੁਏਜ ਟੀਚਰ ਵਾਲਾ ਵੀ 10 ਜੁਲਾਈ ਨੂੰ ਹੀ ਹੈ। ਔਰ ਉਸ ਤੋਂ ਬਾਅਦ 11 ਜੁਲਾਈ ਨੂੰ ਹੈ ਟੀਜੀਟੀ ਆਰਟਸ ਵਾਲਾ, ਟੀਜੀਟੀ ਮੈਡੀਕਲ ਵਾਲਾ ਵੀ 11 ਜੁਲਾਈ ਨੂੰ ਹੈ। ਔਰ 18 ਜੁਲਾਈ ਨੂੰ ਹੈ ਪੰਜਾਬੀ ਟੈਟ ਔਰ ਉਰਦੂ ਟੈਟ ਹੈ 18 ਜੁਲਾਈ ਨੂੰ। ਹੁਣ ਇਹਦੇ ਬਾਰੇ ਅੱਗੇ ਗੱਲ ਕਰਦੇ ਹਾਂ ਜੀ। ਤਾਂ ਇਹਨਾਂ ਨੇ ਦੱਸਿਆ ਹੋਇਆ ਕਿ ਉਹ ਕੈਂਡੀਡੇਟ ਜੋ ਹਨ ਕੋਈ ਈਅਰਫੋਨ ਨਾ ਲੈ ਕੇ ਆਉਣ ਜਾਂ ਰੋਂਗ ਬਿਹੇਵੀਅਰ ਨਾ ਕਰਨ। ਤਾਂ ਇਹ ਤਾਂ ਕੋਈ ਕਰਦਾ ਵੀ ਨਹੀਂ ਵੈਸੇ ਵੀ। ਤਾਂ ਔਨਲਾਈਨ ਐਪਲੀਕੇਸ਼ਨ ਬਾਰੇ ਦੱਸਿਆ ਹੋਇਆ ਕਿਸ ਕੈਟੇਗਰੀ ਕਿਸ ਤਰ੍ਹਾਂ ਭਰਨਾ ਹੈ। ਤਾਂ ਇਹ ਉਹਨਾਂ ਨੇ ਦੱਸਿਆ ਔਨਲਾਈਨ ਐਪਲੀਕੇਸ਼ਨ ਇਹ ਆਪਾਂ ਫਿਲ ਕਰਾਵਾਂਗੇ ਕੈਫੇ ਤੋਂ, ਕਿਉਂਕਿ ਜ਼ਿਆਦਾ ਔਨਲਾਈਨ ਆਪਾਂ ਹੁਣ ਫੋਰਮ ਨਹੀਂ ਭਰਦੇ, ਜ਼ਿਆਦਾ ਨਿਗਾਹ ਲੱਗਦੀ ਹੈ। ਤਾਂ ਜਰਨਲ ਦੀ ਗੱਲ ਕਰਦੇ ਹਾਂ, ਫੀਸ ਜੋ ਹੈ 800 ਰੁਪਈਆ ਹੈ। OBC ਦੀ, ST ਦੀ ਔਰ ਫਿਜ਼ੀਕਲ ਹੈਂਡੀਕੈਪ 500 ਰੁਪਈਆ। ਪਰ ਅਦਰ ਸਟੇਟ ਲਈ ਸਾਰੇ ਹੀ ਆਪਣੇ ਪੰਜਾਬ ਵਾਲੇ ਹਨ ਉਹ ਜਰਨਲ ਹੀ ਵੱਜਣਗੇ, ਜਰਨਲ ਵਜੋਂ ਹੀ ਭਰ ਸਕਣਗੇ। ਉਹ ਤੁਸੀਂ ਦੇਖ ਹੀ ਲਿਓ, ਤੁਹਾਨੂੰ ਪਤਾ ਲੱਗ ਹੀ ਜਾਵੇਗਾ, ਉੱਥੇ ਆਪਸ਼ਨ ਹੀ ਨਹੀਂ ਆਵੇਗੀ ਸ਼ਾਇਦ। ਤਾਂ ਇਹਦੇ ਵਿੱਚ ਤੁਹਾਨੂੰ ਦੱਸਿਆ ਹੀ ਹੋਇਆ ਇਹ TJT ਕਿਹੜੇ ਤਰ੍ਹਾਂ ਦੇ ਟੈਟ ਹਨ ਇਹਨਾਂ ਦੇ। ਤਾਂ ਹੁਣ ਇਹਨਾਂ ਦੀ ਕੰਡੀਸ਼ਨਾਂ ਦੀ ਗੱਲ ਕਰ ਲਈਏ ਤਾਂ ਜੋ TJT ਆਰਟਸ ਹੈ ਤਾਂ BA ਕੀਤੀ ਹੋਵੇ, BCom ਕੀਤੀ ਹੋਵੇ, ਵਿਦ ਐਟ ਲੀਸਟ 50% ਮਾਰਕਸ ਹੋਣੇ ਚਾਹੀਦੇ ਹਨ। ਇੱਕ ਈਅਰ ਜੋ ਹਨ, ਇੱਕ ਈਅਰ ਦਾ ਬੈਚੂਲਰ ਡਿਪਲੋਮਾ ਹੋਣਾ ਚਾਹੀਦਾ, ਬੈਚੂਲਰ ਐਜੂਕੇਸ਼ਨ। ਉਸ ਤੋਂ ਬਾਅਦ ਦੇਖੋਗੇ ਤੁਸੀਂ BA BCom ਵਿਦ ਐਟ ਲੀਸਟ 45% ਮਾਰਕਸ। ਔਰ ਐਂਡ 50% ਜੋ ਹੈ BEd ਆਫਟਰ 30/8/2009। ਤਾਂ ਇਸ ਤਰ੍ਹਾਂ ਜੋ ਹੈ
30/8/2009 ਤੋਂ ਬਾਅਦ ਹੀ ਬੀਐਡ ਕੀਤੀ ਹੋਵੇ 50% ਮਾਰਕਸ ਦੇ ਨਾਲ। 1 ਈਅਰ ਬੈਚਲਰ ਇਨ ਐਜੂਕੇਸ਼ਨ ਬੀਐਡ ਜੋ ਹੈ NCTE ਵੱਲੋਂ ਜੋ ਕੰਡੀਸ਼ਨਾਂ ਨੇ ਉਸ ਹਿਸਾਬ ਨਾਲ ਕੀਤੀ ਹੋਵੇ। ਤਾਂ ਉਸ ਤੋਂ ਬਾਅਦ ਦੇਖੋਗੇ ਸੀਨੀਅਰ ਸੈਕੰਡਰੀ ਵਿਦ ਐਟਲੀਸਟ 50% ਤੇ 4 ਈਅਰ ਦਾ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ BELED ਕੀਤੀ ਹੋਵੇ। ਔਰ ਫਿਰ ਹੈ ਸੀਨੀਅਰ ਸੈਕੰਡਰੀ ਵਿਦ ਐਟਲੀਸਟ 50% ਮਾਰਕਸ ਵਿਦ 4 ਈਅਰ BAED। ਤੇ ਇਹ ਵੀ ਉਸੇ ਤਰ੍ਹਾਂ ਦੀ 4 ਈਅਰ ਦੀ ਜੋ ਇਕੱਠੀ BED ਹੋ ਜਾਂਦੀ ਹੈ, BA ਔਰ ED ਇਕੱਠੀ ਹੋ ਜਾਂਦੀ ਹੈ, 1 ਈਅਰ ਦੀ BED ਰਹਿ ਜਾਂਦੀ ਹੈ, ਕੰਬਾਈਨ ਕੋਰਸ ਜੋ ਹੁੰਦਾ ਹੈ ਉਹਦੇ ਬਾਰੇ ਹੈ। ਉਸ ਤੋਂ ਬਾਅਦ BA BCom ਵਿਦ ਐਟਲੀਸਟ 50% ਮਾਰਕਸ ਤੇ 1 ਈਅਰ ਦੀ ਬੈਚਲਰ ਇਨ ਐਜੂਕੇਸ਼ਨ BED। ਉਸ ਤੋਂ ਬਾਅਦ TGT ਨੋਨ ਮੈਡੀਕਲ ਦੀ ਗੱਲ ਕਰੀਏ ਤਾਂ BSc ਨੋਨ ਮੈਡੀਕਲ ਕੀਤੀ ਹੋਈ 50% ਮਾਰਕਸ ਨਾਲ 1 ਈਅਰ ਦੀ ਬੈਚਲਰ ਇਨ ਐਜੂਕੇਸ਼ਨ BED ਕੀਤੀ ਹੋਵੇ। ਔਰ BSc ਨੋਨ ਮੈਡੀਕਲ ਫਿਰ 45% ਮਾਰਕਸ ਔਰ ਇਹ ਕੰਡੀਸ਼ਨ ਉਹੀ ਹੈ ਉਸੇ ਤਰ੍ਹਾਂ ਹੀ। ਤਾਂ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਕੀਤੀ ਹੋਵੇ ਜੋ +2 ਹੈ 50% ਮਾਰਕਸ ਨਾਲ, ਜਾਂ ਉਹਦੇ ਨਾਲ ਹੀ 4 ਸਾਲ ਦੀ ਬੈਚਲਰ ਜੋ ਹੈ ਇਨ ਐਲੀਮੈਂਟਰੀ ਐਜੂਕੇਸ਼ਨ BLED। ਜਿਹੜਾ ਆਪਾਂ ਕੀਤਾ ਹੁੰਦਾ ਮੈਂ ਵੀ ਇਹੀ ਕੀਤਾ DELED। ਤਾਂ ਇਸ ਨੂੰ ਕੀ ਕਹਿੰਦੇ ਨੇ, ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, ਔਰ ਇਹ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ। ਤਾਂ ਇਹ ਕਈ ਤਰ੍ਹਾਂ ਦੇ ਸਟੇਟ ਵਾਈਜ਼ ਹੁੰਦਾ ਹੈ। ਜੋ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ ਹੈ ਇਹ 8th ਜਾਂ 10th ਕਈ ਸਟੇਟਾਂ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ। 8th ਤੱਕ ਦੇ ਬੱਚੇ ਪੜ੍ਹਾ ਸਕਦੇ ਆ, 10th ਤੱਕ ਦੇ। ਇਸ ਨੂੰ ਕਲੀਅਰ ਮੈਂ ਵੀ ਕਰਨਾ ਹੈ ਤੇ ਕਰੀ। ਤਾਂ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਦੀ ਗੱਲ ਕਰੀਏ, ਉਹ BSc ਨੋਨ ਮੈਡੀਕਲ ਵਿਦ 50% ਮਾਰਕਸ ਤੇ 1 ਈਅਰ ਦੀ ਬੈਚਲਰ ਇਨ ਐਜੂਕੇਸ਼ਨ BED ਕੀਤੀ ਹੋਵੇ ਸਪੈਸ਼ਲ ਐਜੂਕੇਸ਼ਨ ਵਿੱਚ। ਸਪੈਸ਼ਲ ਐਜੂਕੇਸ਼ਨ ਵਾਲੀ ਵੀ BED ਅਲੱਗ ਹੁੰਦੀ ਹੈ 1 ਸਾਲ ਦੀ। ਤਾਂ ਉਸ ਤੋਂ ਬਾਅਦ TGT ਮੈਡੀਕਲ ਵੀ ਉਸੇ ਤਰ੍ਹਾਂ ਹੀ ਆ, ਸੇਮ ਕੰਡੀਸ਼ਨਾਂ, ਪਰ ਇੱਥੇ ਬਸ BSc ਮੈਡੀਕਲ ਦੀ ਹੋਵੇ, ਉੱਥੇ ਨੋਨ ਮੈਡੀਕਲ ਦੀ ਸੀ। ਤਾਂ ਉਸ ਤੋਂ ਬਾਅਦ ਸ਼ਾਸਤਰੀ, ਇਹ ਇੱਕ ਅਲੱਗ ਸਬਜੈਕਟ ਹੁੰਦਾ ਹੈ ਸ਼ਾਸਤਰੀ ਵਿਦ ਐਟਲੀਸਟ 50% ਮਾਰਕਸ, ਇੱਕ ਅਲੱਗ ਹੀ ਕੋਰਸ ਹੁੰਦਾ ਜੋ ਕਿ ਹਿਮਾਚਲ ਦੀ ਯੂਨੀਵਰਸਿਟੀ ਤੋਂ ਕੀਤਾ ਹੋਣਾ ਚਾਹੀਦਾ, ਇਸ ਤਰ੍ਹਾਂ ਲਿਖਿਆ। ਉਸ ਤੋਂ ਬਾਅਦ ਲਿਖੋਗੇ ਲੈਂਗੁਏਜ ਟੀਚਰ BA ਵਿਦ ਹਿੰਦੀ ਐਜ਼ ਐਨ ਇਲੈਕਟਿਵ ਸਬਜੈਕਟ ਐਂਡ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ। ਹਾਂਜੀ, BA ਕੀਤੀ ਹੋਵੇ ਤੇ ਜਾਂ 2 ਈਅਰ ਦਾ BA ਵਿੱਚ ਹਿੰਦੀ ਹੈ ਜਿਹਦੇ ਕੋਲ ਇਲੈਕਟਿਵ ਵਿੱਚ ਇੱਧਰ ਪੰਜਾਬ ਵਿੱਚ, ਔਰ 2 ਸਾਲ ਦਾ ਡਿਪਲੋਮਾ EDT ਕੀਤੀ ਹੋਈ ਹੈ ਤਾਂ ਉਹ ਇਹ ਭਰ ਸਕਦਾ ਲੈਂਗੁਏਜ ਟੀਚਰ ਹਿੰਦੀ ਵਾਲਾ। ਔਰ ਫਿਰ ਵੇਖੋਗੇ ਸੈਕਿੰਡ ਕੰਡੀਸ਼ਨ ਇਹਨਾਂ ਔਰ ਦਾ ਮਤਲਬ ਹੁੰਦਾ ਕੋਈ ਵੀ ਕੰਡੀਸ਼ਨ ਹੋਵੇ, ਕੋਈ ਵੀ ਇੱਕ ਕੰਡੀਸ਼ਨ ਹੈ ਤਾਂ ਚੱਲ ਜਾਵੇਗਾ। BA ਕੀਤੀ ਹੋਵੇ 50% ਮਾਰਕਸ ਨਾਲ ਵਿਦ ਹਿੰਦੀ ਐਜ਼ ਇਲੈਕਟਿਵ ਸਬਜੈਕਟ ਤੇ 1 ਸਾਲ ਦੀ ਬੈਚਲਰ ਇਨ ਐਜੂਕੇਸ਼ਨ, 1 ਸਾਲ ਦੀ BED ਕੀਤੀ ਹੋਵੇ। ਤਾਂ BA ਕੀਤੀ ਹੋਵੇ 45% ਮਾਰਕਸ, ਹਿੰਦੀ ਇਲੈਕਟਿਵ ਸਬਜੈਕਟ ਹੋਣਾ ਚਾਹੀਦਾ, 1 ਸਾਲ ਦੀ ਬੈਚਲਰ ਤਾਂ ਕੀਤੀ ਹੋਣੀ ਚਾਹੀਦੀ ਹੈ NCTE ਦੇ ਹਿਸਾਬ ਨਾਲ, ਜੋ ਵੀ ਉਹਨਾਂ ਦਾ ਪ੍ਰੋਸੀਜਰ ਹੈ ਉਸ ਦੇ ਹਿਸਾਬ ਨਾਲ ਕੀਤੀ ਹੋਣੀ ਚਾਹੀਦੀ ਹੈ। ਤਾਂ BA ਹੋਣੀ ਚਾਹੀਦੀ ਹੈ 50% ਮਾਰਕਸ ਨਾਲ ਵਿਦ ਹਿੰਦੀ ਐਜ਼ ਇਲੈਕਟਿਵ ਸਬਜੈਕਟ ਐਂਡ 1 ਸਾਲ ਦੀ ਬੈਚਲਰ ਇਨ ਐਜੂਕੇਸ਼ਨ, ਸਪੈਸ਼ਲ ਐਜੂਕੇਸ਼ਨ ਵਾਲੇ ਕੀਤੀ ਹੋਵੇ ਉਹ ਵੀ ਚੱਲ ਸਕਦਾ ਜੀ। ਉਸ ਤੋਂ ਬਾਅਦ ਦੇਖੋਗੇ ਪ੍ਰਭਾਕਰ ਹੁੰਦੀ ਹੈ ਓਨਰਸ ਇਨ ਹਿੰਦੀ, 50% ਮਾਰਕਸ ਨਾਲ ਇਹ ਕੋਈ ਕੋਰਸ ਹੋਵੇਗਾ ਬਾਈ BA ਐਗਜ਼ਾਮੀਨੇਸ਼ਨ ਇੰਗਲਿਸ਼ ਐਂਡ 1 ਐਡੀਸ਼ਨਲ ਸਬਜੈਕਟ ਵਿਦ 50% ਮਾਰਕਸ ਫਰੋਮ ਰਿਕਗਨਾਈਜ਼ਡ ਯੂਨੀਵਰਸਿਟੀ ਐਂਡ 1 ਈਅਰ ਬੈਚਲਰ ਇਨ ਐਜੂਕੇਸ਼ਨ। ਉਸ ਤੋਂ MA ਹਿੰਦੀ ਵਿਦ 50% ਮਾਰਕਸ ਤੇ 1 ਸਾਲ ਦੀ ਜੋ ਹੈ ਬੈਚਲਰ BED ਬੈਚਲਰ ਇਨ ਐਜੂਕੇਸ਼ਨ। ਹੁਣ ਆ ਗਿਆ ਜੂਨੀਅਰ ਬੇਸਿਕ ਟੀਚਰ JBT, ਇਹਦੇ ਵਿੱਚ ਹੀ ਮੈਂ ਫਿਲ ਕਰਨਾ, ਔਰ ਇੱਕ ਹੋਰ ਵੀ ਮੈਂ ਫਿਲ ਕਰਾਂਗਾ, 2 ਕਰਾਂਗਾ, ਤੁਹਾਨੂੰ ਦੱਸਦਾ ਕਿਸ ਤਰ੍ਹਾਂ। ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਜੂਨੀਅਰ ਬੇਸਿਕ ਟ੍ਰੇਨਿੰਗ JBT ਵਿੱਚ 10th +2 ਕੀਤੀ ਹੋਵੇ, ਨਾਲ ਹੀ 50% ਮਾਰਕਸ ਨਾਲ ਜੋ ਹੈ 2 ਸਾਲ ਦਾ JBT ਦਾ ਕੋਰਸ, ਇਹ ਹਿਮਾਚਲ ਵਾਲਿਆਂ ਲਈ ਹੈ। ਔਰ ਦੂਸਰੇ ਦੇਖੋਗੇ ਸੀਨੀਅਰ ਸੈਕੰਡਰੀ +2 ਜਿਹਨੂੰ ਕਹਿੰਦੇ ਨੇ 50% ਮਾਰਕਸ ਨਾਲ, ਔਰ 2 ਸਾਲ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਸ ਨੂੰ ਆਪਾਂ ETT ਕਹਿ ਦਿੰਦੇ ਹਾਂ। ਤੇ ਇਹ ਵਾਲਾ ਆਪਣਾ ਚੱਲ ਜਾਵੇਗਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਵਾਲਾ। ਉਸ ਤੋਂ ਬਾਅਦ ਦੇਖੋਗੇ ਸੀਨੀਅਰ ਸੈਕੰਡਰੀ ਕੀਤੀ ਹੋਵੇ ਵਿਦ ਐਟਲੀਸਟ 45% ਮਾਰਕਸ ਨਾਲ, ਤੇ ਉਸ ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੀਤਾ ਹੋਵੇ ਐਲੀਮੈਂਟਰੀ ਐਜੂਕੇਸ਼ਨ ਨਾਲ। ਉਸ ਤੋਂ ਬਾਅਦ ਦੇਖੋਗੇ ਸੀਨੀਅਰ ਸੈਕੰਡਰੀ ਕੀਤੀ ਹੋਣੀ ਚਾਹੀਦੀ ਹੈ ਵਿਦ ਐਟਲੀਸਟ 50% ਤੇ 4 ਸਾਲ ਦੀ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ BELED। ਔਰ ਫਿਰ ਹੈ ਸੀਨੀਅਰ ਸੈਕੰਡਰੀ ਔਰ ਇਟਸ 50% ਮਾਰਕਸ ਨਾਲ ਫਿਰ ਉਸੇ ਤਰ੍ਹਾਂ ਸੀਨੀਅਰ ਸੈਕੰਡਰੀ ਔਰ 2 ਸਾਲ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, ਸਪੈਸ਼ਲ ਐਜੂਕੇਸ਼ਨ ਵਾਲਾ ਡਿਪਲੋਮਾ ਇਹ। ਔਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਹੋਵੇ, BA ਕੀਤੀ ਹੋਵੇ, ਨਾਲ ਹੀ 2 ਸਾਲ ਦਾ ਡਿਪਲੋਮਾ ਕੀਤਾ ਹੋਵੇ DELED ਕੀਤੀ ਹੋਵੇ ਜਿਸ ਨੂੰ ਆਪਾਂ ETT ਕਹਿੰਦੇ ਹਾਂ। ਤਾਂ ਉਸ ਤੋਂ ਬਾਅਦ ਦੇਖੋਗੇ ਪੰਜਾਬੀ ਲੈਂਗੁਏਜ ਟੀਚਰ ਵਾਲਾ BA ਕੀਤੀ ਹੋਵੇ ਪੰਜਾਬੀ ਵਜੋਂ, ਔਰ ਉਸ ਤਰ੍ਹਾਂ 2 ਸਾਲ ਦਾ ਡਿਪਲੋਮਾ ਕੀਤਾ ਹੋਵੇ DELED ਜਿਸ ਨੂੰ ਆਪਾਂ ETT ਕਹਿੰਦੇ ਹਾਂ, ਇਹ ਚੱਲ ਜਾਵੇਗਾ। ਔਰ ਨਾਲ ਅਗਰ BA ਦੇ ਵਿੱਚ ਇਲੈਕਟਿਵ ਵਿੱਚ ਪੰਜਾਬੀ ਹੈ ਔਰ BED ਹੈ ਤਾਂ ਉਹ ਵੀ ਚੱਲ ਜਾਵੇਗਾ, ਇਹਦੇ 'ਚ ਇਹੀ ਹੈ ਮੇਨ ਹੀ। ਉਰਦੂ ਲੈਂਗੁਏਜ ਟੀਚਰ ਵਾਲਾ ਤਾਂ ਕੋਈ ਹੋਵੇਗਾ ਹੀ ਨਹੀਂ, ਤੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਆ ਪੰਜਾਬੀ ਔਰ ਹਿੰਦੀ ਦੀ ਤਰ੍ਹਾਂ। ਹਾਂਜੀ, ਇੱਕ ਮੈਂ ਹੋਰ ਦੱਸ ਰਿਹਾ ਸੀ, ਇਹਦੇ ਉੱਪਰ ਸ਼ਾਇਦ ਰਹਿ ਗਿਆ ਆਰਟਸ ਵਾਲਾ। ਹਾਂਜੀ, ਇਹ ਰਿਹਾ ਆਰਟਸ ਵਾਲਾ। ਤੇ ਮੈਂ ਇਹਦੇ ਵਿੱਚ ਕੀ ਕਰਾਂਗਾ, ਇਹ ਇਹਦੇ 'ਚ ਜੋ ਉਹ ਇੱਥੇ ਕੰਡੀਸ਼ਨ ਨਹੀਂ ਹੈ
ਤਾਂ ਹਾਂ ਸਿਰਫ ਮੈਂ ਸਿੰਗਲ ਹੀ ਭਰ ਸਕਦਾ, ਕਈ ਥਾਵਾਂ 'ਤੇ ਸੀ ਅੱਗੇ ਇਹਦੇ ਵਿੱਚ ਨਹੀਂ ਹੈ। ਅਤੇ ਜਿਵੇਂ ਇਹਦੇ 'ਚ ਮੈਂ ਤੁਹਾਨੂੰ ਦਿਖਾ ਦਿੰਦਾ, ਪੰਜਾਬੀ ਵਾਲੇ 'ਚ ਹੈਗੀ ਸੀ, ਇਹ ਦੇਖੋਗੇ ਪੰਜਾਬੀ ਵਾਲੇ ਵਿੱਚ। ਤਾਂ ਇਹਦੇ ਵਿੱਚ ਕੀ ਹੈ, ਹਾਂਜੀ ਫਸਟ ਕੰਡੀਸ਼ਨ ਹੀ ਹੈ, ਜਿਹਨੇ BA ਪੰਜਾਬੀ ਨਾਲ BA ਵਿੱਚ ਪੰਜਾਬੀ ਸਬਜੈਕਟ ਕੀਤਾ, ਇਲੈਕਟਿਵ ਸਬਜੈਕਟ ਮੈਂ ਨਹੀਂ ਕੀਤਾ ਹੋਇਆ, ਅਤੇ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਐਲੀਮੈਂਟਰੀ ਐਜੂਕੇਸ਼ਨ 'ਚ, ਮਤਲਬ ETT ਕੀਤੀ ਹੋਈ, ਉਹ ਮੈਂ ਕੀਤੀ ਹੋਈ ਹੈ। ਤਾਂ ਇਹਦੇ ਵਿੱਚ ਕੀ ਹੈ, ਅਗਰ ਮੇਰੇ ਕੋਲ ਇਲੈਕਟਿਵ ਪੰਜਾਬੀ ਸਬਜੈਕਟ ਹੁੰਦਾ ਤਾਂ ਮੈਂ ਇਹ ਵੀ ਭਰ ਸਕਦਾ ਸੀ, ਇਲੈਕਟਿਵ ਪੰਜਾਬੀ ਹੁੰਦਾ ਜਾਂ ਇਲੈਕਟਿਵ ਹਿੰਦੀ ਹੁੰਦਾ, ਪਰ ਮੇਰੇ ਕੋਲ ਨਹੀਂ ਹੈ। ਤਾਂ ਆਰਟਸ ਵਾਲੇ ਵਿੱਚ ਇਹ ਕੰਡੀਸ਼ਨ ਹੀ ਨਹੀਂ ਹੈ, BA ਕੀਤੀ ਹੋਵੇ ਆਰਟਸ ਨਾਲ ਅਤੇ ਨਾਲ ਡਿਪਲੋਮੇ ਵਾਲੀ ਕੰਡੀਸ਼ਨ ਨਹੀਂ, ਉਹਨਾਂ ਨੇ B.Ed ਹੀ ਮੰਗੀ ਹੈ। ਇਹ ਦੇਖੋਗੇ ਉੱਪਰ ਤੁਸੀਂ, ਹਾਂਜੀ ਇਹ ਆਰਟਸ ਵਾਲੇ 'ਚ ਤੁਸੀਂ ਦੇਖੋਗੇ ਕਿਤੇ ਵੀ ਸਾਰੇ ਥਾਂ 'ਤੇ ਬੈਚੂਲਰ B.Ed ਵਾਲਾ ਹੀ ਕੰਮ ਹੈ, B.Ed ਸਪੈਸ਼ਲ ਐਜੂਕੇਸ਼ਨ ਵਾਲੀ, ਜਾਂ ਆਹ ਜੋ ਹੈ ਬੈਚੂਲਰ ਇਨ ਐਲੀਮੈਂਟਰੀ ਐਜੂਕੇਸ਼ਨ ਵਾਲਾ, ਕਿਤੇ ਵੀ DELED ਦਾ ਨਾਂ ਹੀ ਨਹੀਂ ਹੈ, ETT ਦਾ ਨਾਂ ਨਹੀਂ ਹੈ। ਤਾਂ ਚਲ ਕੋਈ ਨਹੀਂ, ਆਪਾਂ ਇੱਕ ਹੀ ਭਰ ਲਵਾਂਗੇ ਇਸ ਵਾਰ, ਔਰ B.Ed ਕਰਕੇ ਬਾਅਦ ਵਿੱਚ ਅਗਲੇ ਭਰ ਲਵਾਂਗੇ। ਤਾਂ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪੈਟਨਰ ਅਤੇ ਐਲੀਜੀਬਿਲਟੀ ਟੈਸਟ ਦੀ ਕੀ ਹੈ, 60% ਮਾਰਕਸ ਲੈਣੇ ਹੁੰਦੇ ਹਨ, ਉਸੇ ਤਰ੍ਹਾਂ ਹੀ 90 ਮਾਰਕਸ ਲੈਣੇ ਹੁੰਦੇ ਹਨ 150 ਵਿੱਚੋਂ। ਤਾਂ ਇਹ ਦੇਖੋਗੇ ਤੁਸੀਂ ਕਿਸ ਤਰ੍ਹਾਂ ਦੀ ਇਹਨਾਂ ਦਾ ਪੈਟਰਨਰ ਹੈ ਪੇਪਰ ਦਾ, ਕਿੰਨੇ ਕਿਸ ਤਰ੍ਹਾਂ ਦੇ ਕੁਐਸਚਨ ਆਉਣਗੇ। ਤਾਂ ਜੋ TGT ਲਈ ਹੈ ਉਹਦੇ ਵਿੱਚ ਕੀ ਚਾਈਲਡ ਸਾਈਕੋਲੋਜੀ ਹੋਣੀ, ਡਿਵੈਲਪਮੈਂਟ ਪੈਡਾਗੋਗੀ, ਤਾਂ ਇਹ ਆਪਣੇ ਪੰਜਾਬ 'ਚ ਵੀ ਆਉਂਦੀ ਹੈ 30 ਨੰਬਰ ਦੀ, CTET 'ਚ ਵੀ ਆਉਂਦੀ ਹੈ, ਹਰੇਕ 'ਚ ਇਹ ਸੇਮ ਹੀ ਸਿਲੇਬਸ ਹੁੰਦਾ 30 ਮਾਰਕਸ ਦਾ। ਉਸ ਤੋਂ ਬਾਅਦ ਦੇਖੋਗੇ 31 ਤੋਂ 60 ਨੰਬਰ ਜੋ ਕੁਐਸਚਨ ਹਨ, ਜਨਰਲ ਅਵੇਅਰਨੈਸ ਇਨਕਲੂਡਿੰਗ ਹਿਮਾਚਲ ਪ੍ਰਦੇਸ਼ ਦੀ ਅਵੇਅਰਨੈਸ, ਕਰੰਟ ਅਫੇਅਰ ਅਤੇ ਇਨਵਾਇਰਮੈਂਟਲ ਸਟੱਡੀਜ਼। ਤਾਂ ਇਹ ਆਪਣੇ ਜੋ ਹੈ ਪੰਜਾਬ 'ਚ ਇਨਵਾਇਰਮੈਂਟਲ ਸਟੱਡੀਜ਼ ਆਉਂਦੀਆਂ ਨੇ, ਤਾਂ ਇਹਨਾਂ ਵਿੱਚ ਥੋੜ੍ਹਾ ਜਿਹੀ ਹਿਮਾਚਲ ਦੀ GK ਔਰ ਕਰੰਟ ਅਫੇਅਰ ਆ ਜਾਂਦੀ ਹੈ, ਜੋ ਕਿ ਹਰਿਆਣੇ ਟੈਟ ਵਿੱਚ ਵੀ ਆਉਂਦੀ ਹੈ, ਹਰਿਆਣੇ ਦੀ GK ਮਤਲਬ। ਔਰ ਇਸ ਤੋਂ ਬਾਅਦ TGT ਆਰਟਸ ਵਾਲਿਆਂ ਲਈ ਕੀ ਹੈ, 61 ਤੋਂ ਲੈ ਕੇ 90 ਤੱਕ ਇੰਗਲਿਸ਼ ਲਿਟਰੇਚਰ ਔਰ ਗ੍ਰਾਮਰ ਇੰਗਲਿਸ਼ 30 ਕੁਐਸਚਨ ਨੇ ਆਪਣੇ ਵੀ PTET 'ਚ ਆਉਂਦੀ ਹਨ, ਔਰ 91 ਤੋਂ 150 ਤੱਕ ਸੋਸ਼ਲ ਸਟੱਡੀਜ਼, ਜੋ ਵੀ SST ਦੇ ਕੁਐਸਚਨ ਹਨ, ਜੋਗਰਾਫੀ ਦੇ, ਪੋਲੀਟਿਕਸ ਦੇ, ਇਕਨੋਮਿਕਸ ਦੇ, ਤਾਂ ਉਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ। ਨੋਨ ਮੈਡੀਕਲ ਵਾਲਿਆਂ ਲਈ 61 ਤੋਂ 90 ਤੱਕ ਮੈਥਮੈਟਿਕ ਆਊਗਾ, ਔਰ 91 ਤੋਂ 150 ਤੱਕ ਫਿਜ਼ਿਕਸ ਕੈਮਿਸਟਰੀ ਆਵੇਗਾ। ਉਸੇ ਤਰ੍ਹਾਂ ਮੈਡੀਕਲ ਵਾਲਿਆਂ ਦੀ 61 ਤੋਂ 120 ਲਈ ਬੋਟਨੀ ਐਂਡ ਜੂਲੌਜੀ ਆਵੇਗਾ, ਔਰ 121 ਤੋਂ 150 ਲਈ ਕੈਮਿਸਟਰੀ ਆਵੇਗਾ। ਤਾਂ ਬਸ ਉਸੇ ਤਰ੍ਹਾਂ ਹੀ ਮੈਡੀਕਲ ਵਾਲਿਆਂ ਦੇ ਮੈਡੀਕਲ ਸਬਜੈਕਟ ਵਾਲੇ ਟੈਸਟ ਹੋ ਜਾਣਗੇ 30 ਮਾਰਕਸ ਦੇ 3, ਔਰ ਉਹਨਾਂ ਦੇ ਜੋ ਹੈ ਨੋਨ ਮੈਡੀਕਲ ਦੇ 30 ਮਾਰਕਸ ਦੇ 3 ਹੋ ਜਾਣਗੇ। ਔਰ ਉੱਪਰ ਕਾਮਨ ਹੀ ਹੈ 30 ਮਾਰਕਸ ਦੇ ਜੋ ਚਾਈਲਡ ਸਾਈਕੋਲੋਜੀ ਹੈ ਔਰ ਇਨਵਾਇਰਮੈਂਟਲ ਸਟੱਡੀ ਹੈ। ਤਾਂ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ ਹਾਂ, ਜੋ ਇਹਨਾਂ ਨੇ ਦੱਸਿਆ 11 ਤੋਂ 14 ਸਾਲ ਦੇ ਬੱਚੇ ਤੱਕ ਦੇ ਏਜ ਗਰੁੱਪ ਵਾਲਾ ਜੋ ਸਟੱਡੀ ਹੁੰਦੀ ਹੈ, ਪੈਡਾਗੋਗੀ ਹੁੰਦੀ ਹੈ, ਸਾਈਕੋਲੋਜੀ ਹੁੰਦੀ ਹੈ, ਉਹਦੇ ਅਨੁਸਾਰ ਆਵੇਗਾ। ਸ਼ਾਸਤਰੀ ਲਈ ਤਾਂ ਦੇਖ ਹੀ ਲਓ, ਸ਼ਾਸਤਰੀ ਦਾ ਆਪਾਂ ਕੁਛ ਲੈਣਾ ਨਹੀਂ ਖਾਸ। ਔਰ ਹਿੰਦੀ ਵਾਲਿਆਂ ਲਈ ਦੇਖ ਲਓ ਤੁਸੀਂ, ਹਿੰਦੀ ਕੋਰਸ ਜਿਨ੍ਹਾਂ ਨੇ ਕੀਤਾ ਹੋਵੇ 120 ਕੁਐਸਚਨ ਆਉਣੇ ਆ ਹਿੰਦੀ ਕੋਰਸ ਦੇ ਗ੍ਰੈਜੂਏਸ਼ਨ ਲੈਵਲ ਦੇ, ਔਰ 121 ਤੋਂ ਲੈ ਕੇ ਜੋ ਜਰਨਲ ਅਵੇਅਰਨੈਸ ਆਊਗੀ 10-15 ਮਾਰਕਸ ਦੀ, ਔਰ ਇਨਵਾਇਰਮੈਂਟਲ ਸਟੱਡੀ ਆਊਗੀ, ਜ਼ਿਆਦਾਤਰ ਹਿਮਾਚਲ ਦੀ ਆਵੇਗੀ ਇਹ। JBT ਵਾਲਾ ਇਹੀ ਹੈ, ਇਹੀ ਮੈਂ ਦੇਣ ਜਾ ਰਿਹਾ ਇਸ ਵਾਰ, ਜੋ ETT ਵਾਲਾ JBT ਵਾਲਾ। ਅਤੇ ETT ਨੂੰ ਜੋ ਹੈ ਹਿਮਾਚਲ 'ਚ JBT ਦਾ ਨਾਮ ਦਿੱਤਾ ਹੋਇਆ ਹੈ। ਅਤੇ ਇਹਦੀ ਗੱਲ ਕਰਦੇ ਹਾਂ, ਚਾਈਲਡ ਡਿਵੈਲਪਮੈਂਟ 30 ਮਾਰਕਸ ਦੀ ਜੋ ਹੈ, ਪੈਡਾਗੋਗੀ ਟੀਚਿੰਗ ਲਰਨਿੰਗ ਪ੍ਰੋਸੈਸ ਹੈ, ਇੰਗਲਿਸ਼ ਲਿਟਰੇਚਰ ਹੈ, ਇਹ ਪੰਜਾਬ 'ਚ ਇਸੇ ਤਰ੍ਹਾਂ ਹੀ ਹੁੰਦਾ ਹੈ, ਹਿੰਦੀ ਇਹ CTET 'ਚ ਹੁੰਦੀ ਹੈ, ਮੈਥ, ਔਰ ਇਹ ਦੇਖੋਗੇ ਇਹ 4 ਜੋ ਸਬਜੈਕਟਾਂ ਨੇ ਬਿਲਕੁਲ ਸੇਮ CTET ਦਾ ਕਾਮਨ ਸਿਲੇਬਸ ਹੈ, ਬਸ ਇੱਥੇ ਚੇਂਜ ਹੋ ਗਿਆ, ਜੋ ਉੱਥੇ EVS ਆਉਂਦੀ ਹੈ CTET ਦੀ, ਤਾਂ ਇਹ ਵੀ EVS ਤਾਂ ਆਊਗੀ, ਪਰ ਇਹਦੇ 'ਚ ਜ਼ਿਆਦਾਤਰ ਹਿਮਾਚਲ ਦਾ ਥੋੜ੍ਹਾ ਦੇਖੋਗੇ, ਸੋਸ਼ਲ ਸਾਇੰਸ ਹਿਮਾਚਲ ਦੀ, ਇਨਵਾਇਰਮੈਂਟਲ ਸਟੱਡੀਆਂ ਦਾ, ਜਰਨਲ ਅਵੇਅਰਨੈਸ GK ਥੋੜ੍ਹੀ ਜਿਹੀ ਹਿਮਾਚਲ ਦੀ ਇਨਕਲੂਡ ਹੋ ਜਾਊਗੀ। ਤਾਂ ਇਹ 4 ਸਬਜੈਕਟ ਵੀ ਅਗਰ ਮੈਂ ਪੜ੍ਹਦਾ ਹਾਂ, ਪੜ੍ਹੇ ਹੋਏ ਹਨ ਵੈਸੇ ਮੇਰੇ, ਤਾਂ ਇਹ 4 ਸਬਜੈਕਟਾਂ ਨਾਲ ਹੀ ਮੈਂ ਹਿਮਾਚਲ ਟੈਟ ਕਲੀਅਰ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ। ਤਾਂ ਇਹ ਤੁਸੀਂ ਦੇਖ ਲਓ, ਹਿਮਾਚਲ ਦੀ GK ਤਾਂ ਆਪਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ, ਜ਼ਿਆਦਾ ਵੀ ਦਿਮਾਗ ਨੂੰ ਬੋਝ ਨਹੀਂ ਦੇਣਾ। ਤਾਂ ਉਸ ਤੋਂ ਬਾਅਦ ਦੇਖੋਗੇ ਸਟਰਕਚਰ ਆਫ ਟੈਟ ਫॉर ਪੰਜਾਬੀ ਐਗਜ਼ਾਮ ਲਈ, ਪੰਜਾਬੀ ਵਾਲਿਆਂ ਲਈ ਵੀ 120 ਕੁਐਸਚਨ ਜੋ ਹਨ ਪੰਜਾਬੀ ਦੇ ਆਉਣਗੇ ਗ੍ਰੈਜੂਏਸ਼ਨ ਲੈਵਲ ਤੱਕ ਦੇ, ਔਰ 121 ਤੋਂ ਲੈ ਕੇ 150 ਤੱਕ ਜੋ ਜਰਨਲ ਅਵੇਅਰਨੈਸ ਇਨਕਲੂਡਿੰਗ ਹਿਮਾਚਲ ਪ੍ਰਦੇਸ਼ ਦੇ ਆਉਣਗੇ, ਜੋ ਵੀ ਹਿਮਾਚਲ ਦੀ GK ਉਹਦੇ ਬਾਰੇ ਦੱਸਿਆ ਹੋਇਆ। ਤਾਂ ਇਹ ਦੇਖੋ ਤੁਸੀਂ ਇੱਕ ਗੱਲ ਹੋਰ, ਸਟੈਂਡਰਡ ਆਫ TET ਪੰਜਾਬੀ ਕੋਰਸ ਆਫ ਗ੍ਰੈਜੂਏਸ਼ਨ ਲੈਵਲ ਆਫ ਪਟਿਆਲਾ ਯੂਨੀਵਰਸਿਟੀ, ਪਟਿਆਲਾ ਜੋ ਪੰਜਾਬੀ ਦੀ ਪੰਜਾਬ ਦੀ ਪਟਿਆਲਾ ਯੂਨੀਵਰਸਿਟੀ ਹਿਸਾਬ ਨਾਲ ਹੋਣਾ ਚਾਹੀਦਾ ਸਟੈਂਡਰਡ ਜੋ ਹੈ, ਉਸ ਹਿਸਾਬ ਦੇ ਕੋਰਸ, ਉਸ ਹਿਸਾਬ ਦੇ ਕੁਐਸਚਨ ਹੋਣਗੇ। ਤਾਂ ਉਸ ਦੀਆਂ ਕਿਤਾਬਾਂ ਪੜ੍ਹ ਸਕਦੇ ਹੋ ਤੁਸੀਂ, ਇਹ ਪੇਪਰ ਦੇਣ ਜਾ ਰਹੇ ਹੋ ਤਾਂ। ਔਰ ਉਰਦੂ ਵਾਲਾ ਤਾਂ ਕੋਈ ਖਾਸ ਗੱਲ ਹੀ ਨਹੀਂ, ਉਰਦੂ ਵਾਲਾ ਤਾਂ ਨਹੀਂ ਹੋਵੇਗਾ। ਔਰ ਵੈਲਿਡਿਟੀ 7 ਸਾਲ ਦੀ ਇਹਨਾਂ ਨੇ ਲਿਖਿਆ ਹੋਇਆ।
ਔਰ ਇੱਕ ਵਾਰੀ ਜੋ ਪੇਪਰ ਪਾਸ ਕਰ ਲੈਂਦਾ ਉਹ ਅਗਲੇ ਸਾਲ ਵੀ ਦੇ ਸਕਦਾ ਆਪਦੇ ਨੰਬਰ ਵਧਾਉਣ ਲਈ, ਇਹਨਾਂ ਨੇ ਇਹ ਵੀ ਲਿਖਿਆ ਹੋਇਆ। ਏਜ ਲਿਮਿਟ ਬਾਰੇ ਨਹੀਂ ਲਿਖਿਆ ਹੋਇਆ, ਉਹਨਾਂ ਨੇ ਆਪਦੇ ਰੂਲ, ਏਜ ਦੀ ਕੋਈ ਗੱਲ ਹੀ ਨਹੀਂ ਹੁੰਦੀ ਇਹਦੇ 'ਚ। ਔਰ ਇਹ ਦੇਖੋ ਤੁਸੀਂ ਐਗਜ਼ਾਮੀਨੇਸ਼ਨ ਕੋਡ ਜੋ ਹਨ, ਐਗਜ਼ਾਮੀਨੇਸ਼ਨ ਕੋਡ ਮੈਂ ਤਾਂ ਇਹਦੇ 'ਚ ਦੇਖਦੇ ਹਾਂ ਕਿਹੜਾ ਭਰਨਾ ਹੈ। ਤਾਂ ਇਹਦੇ 'ਚ ਜੋ ਪਹਿਲੇ ਨੰਬਰ 'ਤੇ ਹੈ ਬਿਲਾਸਪੁਰ ਹੈ, ਫਿਰ ਇਹ ਦੇਖੋਗੇ ਤੁਸੀਂ ਇਹ ਸਾਰੇ ਪੜ੍ਹ ਲਿਓ, ਚੰਬਾ ਹੈ, ਡਲਹੌਜੀ ਹੈ, ਡਲਹੌਜੀ ਤੁਸੀਂ ਸੁਣਿਆ ਹੀ ਹੋਵੇਗਾ, ਹਮੀਰਪੁਰ ਹੈ, ਉਸ ਤੋਂ ਬਾਅਦ ਦੇਖੋਗੇ ਧਰਮਸ਼ਾਲਾ ਹੈ, ਜਵਾਲਾਮੁਖੀ ਹੈ, ਕਾਂਗੜਾ ਹੈ, ਪਾਲਮਪੁਰ ਹੈ। ਤਾਂ ਕਾਫੀ ਵਧੀਆ ਜੋ ਹਨ, ਅਗਰ ਤੁਸੀਂ ਹਿੰਦੂ ਧਰਮ ਨਾਲ ਰਿਲੇਟਡ ਹੋ ਤਾਂ ਕਾਫੀ ਮੰਦਿਰ ਵੀ ਹਨ, ਤੁਹਾਨੂੰ ਪਤਾ ਹੀ ਹੈ, ਉੱਥੇ ਵੀ ਤੁਸੀਂ ਜਾ ਸਕਦੇ ਹੋ। ਔਰ ਸਿੱਖ ਧਰਮ ਨਾਲ ਰਿਲੇਟਡ ਹੋ ਤਾਂ ਪਾਉਂਟਾ ਸਾਹਿਬ ਜੋ ਆਪਣੇ ਇਤਿਹਾਸਿਕ ਗੁਰਦੁਆਰਾ ਜੀ ਸਿੱਖਾਂ ਦਾ, ਤਾਂ ਉਹ ਵੀ ਇੱਥੇ ਪਾਉਂਟਾ ਸਾਹਿਬ ਹੈ, ਜਿੱਥੇ ਮੈਂ ਇੱਕ ਵਾਰੀ ਗਿਆ ਵੀ ਹਾਂ। ਤਾਂ ਵੈਸੇ ਹੁਣ ਮੈਂ ਦੇਖਦਾ ਇਹਦੇ ਵਿੱਚੋਂ ਮੈਂ ਡਲਹੌਜੀ ਸਾਈਡ ਹੀ ਸ਼ਾਇਦ ਜਾਵਾਂਗਾ, ਡਲਹੌਜੀ ਧਰਮਸ਼ਾਲਾ, ਕਿਉਂਕਿ ਇੱਧਰ ਮੈਂ ਅਜੇ ਤੱਕ ਗਿਆ ਨਹੀਂ ਹਾਂ, ਡਲਹੌਜੀ ਧਰਮਸ਼ਾਲਾ। ਤਾਂ ਇਸ ਤਰ੍ਹਾਂ ਦੇ ਹੋਰ ਵੀ ਨੀਚੇ ਦੇਖ ਸਕਦੇ ਹੋ ਤੁਸੀਂ, ਕਾਫੀ ਮਨਾਲੀ ਹੈ, ਇਹ ਦੇਖੋ ਕੁੱਲੂ ਮਨਾਲੀ ਸੈਂਟਰ ਕਾਫੀ ਹਨ। ਤਾਂ ਕਾਫੀ ਵਧੀਆ ਤੁਹਾਡੀ ਉੱਥੇ ਪੇਪਰ ਵੀ ਹੋ ਜਾਵੇਗਾ, ਔਰ ਇੱਕ ਘੁੰਮਣ ਦਾ ਸ਼ੌਂਕ ਵੀ ਜੋ ਹੁੰਦਾ ਹੈ ਕਿਸੇ ਦਾ ਹੋਵੇ ਤਾਂ ਪੂਰਾ ਹੋ ਸਕਦਾ ਹੈ। ਮੇਰਾ ਵੈਸੇ ਹੈ ਕਾਫੀ ਘੁੰਮਣ ਦਾ ਸ਼ੌਂਕ। ਤਾਂ ਇਸ ਤੋਂ ਬਾਅਦ ਅੱਗੇ ਹੋਰ ਗੱਲ ਕਰੀਏ, ਹੋਰ ਕੋਈ ਖਾਸ ਗੱਲਬਾਤ ਨਹੀਂ ਹੈ ਵੈਸੇ। ਤਾਂ ਇਹ ਤੁਸੀਂ ਭਰਵਾ ਸਕਦੇ ਹੋ ਫੋਰਮ ਕਿਸੇ ਤੋਂ, ਕੈਫੇ ਤੋਂ, ਕੋਈ 50-60 ਰੁਪਏ ਵੱਧ ਲਵੇਗਾ, ਔਰ ਇਸ ਨਾਲ ਉਸਦੇ ਵੀ ਵਿਚਾਰੇ ਦੇ ਕੰਮ ਚੱਲ ਜਾਵੇਗਾ। ਤਾਂ ਥੈਂਕ ਯੂ, ਥੈਂਕਸ ਫॉर ਵਾਚਿੰਗ। ਪੀਟੈਟ ਦੀ ਗੱਲ ਕਰਦੇ ਹਾਂ, ਤਾਂ ਪੀਟੈਟ ਬਾਰੇ ਹਜੇ ਤੱਕ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ, ਕਦੋਂ ਹੋਣਾ ਹੈ ਨਹੀਂ ਹੋਣਾ ਹੈ। ਤਾਂ ਬਾਕੀ ਵੀ ਕਈ ਹੁਣ ਯੂਪੀ ਟੈਟ ਹੋਣਾ ਸੀ, ਤਾਂ ਉਹ ਵੀ ਡਿਲੇ ਹੋ ਗਿਆ ਕੋਵਿਡ ਦੇ ਕਰਕੇ। ਤਾਂ ਪੀਟੈਟ ਦਾ ਵੀ ਹਜੇ ਕੋਰਟ ਕੇਸ ਲੱਗਿਆ ਹੈ, ਉਸ ਦੇ ਬਾਰੇ ਵੀ ਕੋਈ ਖਾਸ ਇਨਫੋਰਮੇਸ਼ਨ ਨਹੀਂ ਹੈ। ਤਾਂ ਪੀਟੈਟ ਦਾ ਇਸ ਸਾਲ ਵੈਸੇ ਕਾਫੀ ਮੁਸ਼ਕਲ ਲੱਗ ਰਿਹਾ ਹੈ, ਪਰ ਹਜੇ ਤੱਕ 6 ਮਹੀਨੇ ਪਏ ਹਨ, 6 ਮਹੀਨੇ ਕਾਫੀ ਹੁੰਦੇ ਹਨ। ਤਾਂ ਹਜੇ ਕੋਈ ਇਹ ਨਹੀਂ ਕਹਿ ਸਕਦਾ ਕਿ 2021 'ਚ ਪੀਟੈਟ ਨਹੀਂ ਹੋਵੇਗਾ, ਹੋ ਵੀ ਸਕਦਾ ਲਾਸਟ 'ਤੇ। ਔਰ 2021 'ਚ ਨਹੀਂ ਵੀ ਹੁੰਦਾ ਤਾਂ ਕੋਈ ਬਾਤ ਨਹੀਂ, ਜਨਵਰੀ ਵਿੱਚ ਹੋ ਸਕਦਾ ਹੈ, ਕਿਉਂਕਿ ਸਟਾਰਟਿੰਗ 'ਚ ਹੀ ਹੋ ਜਾਵੇਗਾ, ਕਿਉਂਕਿ ਪਿਛਲੀ ਵਾਰ ਵਿੱਚ ਤੁਹਾਨੂੰ ਪਤਾ ਹੀ ਹੈ ਜਨਵਰੀ 'ਚ ਹੋ ਹੀ ਗਿਆ ਸੀ। ਔਰ ਅਜੇ ਕਾਫੀ ਟਾਈਮ ਪਿਆ ਇਹਦੇ ਵਿੱਚ ਪੀਟੈਟ ਵਿੱਚ। ਪਰ ਇੱਕ ਗੱਲ ਹੈ, ਪੀਟੈਟ ਹੋਵੇਗਾ ਔਰ ਇਸ ਤੋਂ ਬਾਅਦ ਤੁਹਾਨੂੰ ਜੋਬ ਮਿਲ ਜਾਵੇਗੀ ਇਸੇ ਸਾਲ 'ਚ, ਇਹ ਵਹਿਮ ਭਰਮ 'ਚ ਨਾ ਰਹੋ। ਪੀਟੈਟ ਤੋਂ ਬਾਅਦ ਤੁਹਾਨੂੰ ਟੀਚਰ ਦੀ ਜੋਬ ਹੈ ਇਸੇ ਸਾਲ 'ਚ ਨਹੀਂ ਮਿਲ ਸਕਦੀ, ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਨੇ ਜੋਬਸ ਜੋ ਹਨ ਉਹ ਪਹਿਲਾਂ ਹੀ ਕਵਰ ਅਪ ਕਰ ਲੈਣੀਆਂ ਹਨ, ਕਿਉਂਕਿ ਇਲੈਕਸ਼ਨ ਆਉਣ ਵਾਲੇ ਹਨ, ਔਰ ਜੋਬਸ ਇਹਨਾਂ ਨੂੰ ਪਹਿਲਾਂ ਹੀ ਕਵਰ ਅਪ ਕਰਨੀਆਂ ਪੈਣਗੀਆਂ। ਥੈਂਕ ਯੂ, ਥੈਂਕਸ ਫॉर ਵਾਚਿੰਗ।